ਦਰਬਾਰ ਦੀ ਸਟੇਜ ਤੋਂ 2 ਪਾਤਰ ਜਾ ਚੁੱਕੇ ਸਨ ਅਤੇ 2 ਹੋਰ ਆ ਖੜੇ ਸਨ, ਸ਼ੇਰ ਸਿੰਘ ਅਤੇ ਚਾਂਦ ਕੌਰ। ਪਖੰਡੀ ਭਾਈਏ ਰਾਮ ਸਿੰਘ ਤੇ ਗੋਬਿੰਦ ਰਾਮ ਨੇ ਚਾਂਦ ਕੌਰ ਨੂੰ ਆਪਣਾ ਮੋਹਰਾ ਬਣਾ ਲਿਆ ਸੀ, ਜਿਨ੍ਹਾਂ ਦੀ ਸਲਾਹ ਮੰਨਦੇ ਹੋਏ ਉਸਨੇ ਸ਼ੇਰ ਸਿੰਘ ਨੂੰ ਉੱਤਰਾਧਿਕਾਰੀ ਮੰਨਣ ਤੋਂ ਮਨਾ ਕਰ ਦਿੱਤਾ ਅਤੇ ਧਿਆਨ ਸਿੰਘ ਦੁਆਰਾ ਪੇਸ਼ ਕੀਤੀ ਤਜਵੀਜ਼ ਵੀ ਪਾੜ ਕੇ ਸੁੱਟ ਦਿੱਤੀ। ਚਾਂਦ ਕੌਰ ਨੇ ਗੁਲਾਬ ਸਿੰਘ ਡੋਗਰਾ ਨੂੰ ਬੁਲਾਇਆ ਤਾਂ ਕਿ ਉਹ ਆਪਣੇ ਭਰਾ ਧਿਆਨ ਸਿੰਘ ਡੋਗਰੇ ਨੂੰ ਮਨਾਵੇ। ਧਿਆਨ ਸਿੰਘ ਡੋਗਰੇ ਨੇ ਰਾਣੀ ਚਾਂਦ ਕੌਰ ਅੱਗੇ ਤਰਲੇ ਪਾਏ ਕਿ ਉਹ ਲਾਹੌਰ ਦਰਬਾਰ ਨੂੰ ਬਚਾਏ। ਉਹ ਸ਼ੇਰ ਸਿੰਘ ਨਾਲ ਵਿਆਹ ਕਰਵਾ ਸਕਦੀ ਸੀ। ਬੇਔਲਾਦ ਹੋਣ ਕਰਕੇ ਉਹ ਸ਼ੇਰ ਸਿੰਘ ਦਾ ਪੁੱਤਰ ਗੋਦ ਲੈ ਸਕਦੀ ਸੀ, ਪਰ ਉਹ ਅਜਿਹੇ ਬੰਦੇ ਨਾਲ ਕਿਵੇਂ ਵਿਆਹ ਕਰਵਾ ਲੈਂਦੀ ਜਿਸ ਨੂੰ ਉਹ ਪਹਿਲਾਂ ਹੀ ਛੀਂਬਾ ਦਾ ਪੁੱਤਰ ਦੱਸਦੀ ਸੀ। ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਨੌ-ਨਿਹਾਲ ਸਿੰਘ ਦੀ ਪਤਨੀ ਗਰਭਵਤੀ ਹੈ ਤੇ ਉਹ ਉਸ ਦਾ ਬੱਚਾ ਵੀ ਚਾਂਦ ਕੌਰ ਨੂੰ ਦੇ ਸਕਦਾ ਹੈ। ਪਰ ਜਦ ਰਾਣੀ ਚਾਂਦ ਕੌਰ ਕਿਸੇ ਵੀ ਗੱਲ ਤੇ ਸਹਿਮਤ ਨਹੀਂ ਹੋਈ ਤਾਂ ਧਿਆਨ ਸਿੰਘ ਨੇ ਇੱਕ ਵੱਡਾ ਪੱਤਾ ਖੇਡਿਆ। ਉਸਨੇ ਭਰੇ ਦਰਬਾਰ ਵਿੱਚ ਕਿਹਾ ਕਿ ਪੰਜਾਬ ਦਾ ਤਖਤ ਸ਼ਾਹੀ ਖਾਨਦਾਨ ਦੇ ਕਿਸੇ ਵੀ ਵਿਅਕਤੀ ਦਾ ਮੁਹਤਾਜ ਨਹੀਂ ਹੈ। ਇਹ ਖਾਲਸਾ ਰਾਜ ਹੈ ਤੇ ਖਾਲਸੇ ਦੀ ਅਮਾਨਤ ਹੈ। 27 ਨਵੰਬਰ 1840 ਨੂੰ ਕੁਝ ਦਸਤਾਵੇਜ਼ਾਂ ਤੇ ਦਸਤਖਤ ਹੋਏ। ਸਮਝੌਤਾ ਇਹ ਸੀ ਕਿ ਸ਼ੇਰ ਸਿੰਘ 8 ਮਹੀਨੇ ਵਾਸਤੇ ਮੁਕੇਰੀਆਂ ਵਿੱਚ ਆਪਣੀ ਜਗੀਰ ਉੱਪਰ ਚਲਾ ਜਾਵੇਗਾ ਅਤੇ ਆਪਣਾ ਪੁੱਤਰ ਲਾਹੌਰ ਵਿੱਚ ਹੀ ਬਤੌਰ ਜ਼ਮਾਨਤ ਰੱਖੇਗਾ। ਜੇ ਨੌ-ਨਿਹਾਲ ਸਿੰਘ ਦੀ ਵਿਧਵਾ ਨੇ ਪੁੱਤਰ ਨੂੰ ਜਨਮ ਦਿੱਤਾ ਤਾਂ ਉਹ ਤਖਤ ਦਾ ਵਾਰਿਸ ਹੋਵੇਗਾ, ਨਹੀਂ ਤਾਂ ਸਮਝੌਤਾ ਦੁਬਾਰਾ ਕੀਤਾ ਜਾਵੇਗਾ। 2 ਦਸੰਬਰ 1840 ਨੂੰ ਰਾਣੀ ਚਾਂਦ ਕੌਰ ਬਕਾਇਦਾ ਮਲਿਕਾਏ ਮੁਕੱਦਸ ਦੇ ਖਿਤਾਬ ਨਾਲ ਤਖਤ ਦੇ ਉੱਪਰ ਬੈਠੀ ਅਤੇ ਅਜੀਤ ਸਿੰਘ, ਅਤਰ ਸਿੰਘ ਸੰਧਾਵਾਲੀਆ ਤੇ ਗੁਲਾਬ ਸਿੰਘ ਡੋਗਰਾ ਤੇ ਭਾਈਏ ਚੌੜ ਵਿੱਚ ਆ ਗਏ। ਸ਼ੇਰ ਸਿੰਘ ਨੂੰ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਅਤੇ ਧਿਆਨ ਸਿੰਘ ਡੋਗਰਾ ਵਜ਼ੀਰੇ ਆਜ਼ਮ ਹੀ ਰਿਹਾ। ਸ਼ੇਰ ਸਿੰਘ ਦੇ ਜਾਣ ਤੋਂ ਬਾਅਦ ਧਿਆਨ ਸਿੰਘ ਡੋਗਰਾ ਅਤੇ ਸੰਧਾਵਾਲੀਆਂ ਵਿੱਚ ਇੱਕ ਗੱਲ ਤੇ ਟਕਰਾਰ ਹੋ ਗਈ। ਦਰਅਸਲ ਜਦ ਇੱਕ ਦਿਨ ਧਿਆਨ ਸਿੰਘ ਡੋਗਰਾ ਮਹਿਲ ਦੇ ਨਿੱਜੀ ਕਮਰਿਆਂ ਵੱਲ ਜਾ ਰਿਹਾ ਸੀ, ਜੋ ਬਤੌਰ ਮੰਤਰੀ ਉਸ ਦਾ ਹੱਕ ਵੀ ਸੀ, ਤਾਂ ਅਜੀਤ ਸਿੰਘ ਸੰਧਾਵਾਲੀਆ ਦੇ ਲਗਾਏ ਹੋਏ ਬਾਡੀਗਾਰਡ ਨੇ ਉਸ ਨੂੰ ਰੋਕ ਦਿੱਤਾ। ਰਾਣੀ ਚਾਂਦ ਕੌਰ, ਜਿਸ ਨੂੰ ਮਾਈ ਵੀ ਕਿਹਾ ਜਾਂਦਾ ਸੀ, ਉਸਨੇ ਵੀ ਧਿਆਨ ਸਿੰਘ ਡੋਗਰਾ ਨੂੰ ਕਹਿ ਦਿੱਤਾ ਕਿ ਹੁਣ ਉਹ ਆਪਣੇ ਆਪ ਨੂੰ ਕਿਲੇ ਦਾ ਦਿਓੜੀਦਾਰ ਨਾ ਸਮਝੇ। ਕਿਸੇ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦੀ ਬਜਾਏ ਧਿਆਨ ਸਿੰਘ ਡੋਗਰਾ ਨੇ ਜਨਵਰੀ 1841 ਦੀ ਸ਼ੁਰੂ ਵਿੱਚ ਹੀ ਲਾਹੌਰ ਛੱਡ ਦਿੱਤਾ ਅਤੇ ਜੰਮੂ ਵਿੱਚ ਆਪਣੀ ਜਗੀਰ ਤੇ ਚਲਾ ਗਿਆ। ਮਾਈ ਤੇ ਸੰਧਾਵਾਲੀਆ ਨੇ ਕੁਝ ਦਿਨ ਬਹੁਤ ਮਜ਼ੇ ਨਾਲ ਹੁਕੂਮਤ ਕੀਤੀ, ਪਰ ਧਿਆਨ ਸਿੰਘ ਡੋਗਰਾ ਵੀ ਬੇਇੱਜ਼ਤੀ ਸਹਿਣ ਵਾਲਿਆਂ ਵਿੱਚੋਂ ਨਹੀਂ ਸੀ। ਉਹ ਸ਼ੇਰ ਸਿੰਘ ਨਾਲ ਮਿਲ ਕੇ ਇੱਕ ਸਕੀਮ ਬਣਾ ਰਿਹਾ ਸੀ। ਚਾਂਦ ਕੌਰ ਆਪਣੀ ਹੀ ਫੌਜ ਦਾ ਸਹਿਯੋਗ ਲੈਣ ਵਿੱਚ ਜੁਟੀ ਹੋਈ ਸੀ, ਜੋ ਰਾਜ਼ੀ ਨਹੀਂ ਹੋ ਰਹੀ ਸੀ ਕਿ ਉਹਨਾਂ ਦੀ ਹਾਕਮ ਇੱਕ ਔਰਤ ਹੋਵੇਗੀ ਜੋ ਕਿ ਜਨਾਨਖਾਨੇ ਦੇ ਪਰਦੇ 'ਚੋਂ ਬਾਹਰ ਵੀ ਨਹੀਂ ਆ ਸਕਦੀ। ਚਾਂਦ ਕੌਰ ਅਤੇ ਸ਼ੇਰ ਸਿੰਘ ਦੀ ਆਪਸੀ ਦੌੜ ਵਿੱਚ ਅੰਗਰੇਜ਼ ਬਿਲਕੁਲ ਸ਼ਾਂਤ ਬੈਠੇ ਸਨ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਦਿਨ ਪੰਜਾਬ ਉਹਨਾਂ ਦੇ ਕੁਝ ਕੀਤੇ ਬਗੈਰ ਆਪਣੇ ਆਪ ਹੀ ਬਿਖਰ ਜਾਵੇਗਾ। ਰਾਣੀ ਚਾਂਦ ਕੌਰ ਦੀ ਫੌਜ ਦੀ ਹਮਦਰਦੀ ਵੀ ਸ਼ੇਰ ਸਿੰਘ ਨਾਲ ਸੀ। ਮਾਈ ਨੂੰ ਖਬਰ ਮਿਲ ਰਹੀ ਸੀ ਕਿ ਫੌਜੀ ਛਾਉਣੀਆਂ ਛੱਡ ਕੇ ਸ਼ੇਰ ਸਿੰਘ ਦੀ ਬਟਾਲੇ ਵਾਲੀ ਜਗੀਰ ਤੇ ਪਹੁੰਚ ਰਹੇ ਹਨ। ਉਸਨੇ ਤੇਜ ਸਿੰਘ ਨੂੰ ਮੁੱਖ ਕਮਾਂਡਰ ਬਣਾ ਕੇ ਫੌਜੀਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਲਗਾ ਦਿੱਤਾ। ਉਹਨਾਂ ਦੀ ਤਨਖਾਹ ਮਹੀਨੇ ਦੇ 25 ਤਰੀਕ ਨੂੰ ਦੇਣ ਦਾ ਐਲਾਨ ਕੀਤਾ ਗਿਆ, ਪਰ ਸ਼ੇਰ ਸਿੰਘ ਵੀ ਘੱਟ ਹੁਸ਼ਿਆਰ ਨਹੀਂ ਸੀ। ਉਸਨੇ ਫੌਜ ਦੀ ਤਨਖਾਹ ਵਧਾ ਦਿੱਤੀ, ਜਿਸ ਨਾਲ ਜਾਣ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਗਈ। ਤਖਤ ਹਾਸਿਲ ਕਰਨ ਦੇ ਕੁਝ ਸਮੇਂ ਬਾਅਦ ਹੀ ਮਾਈ ਨੂੰ ਫੌਜ ਦੀਆਂ 2 ਬਟਾਲੀਆਂ ਕਿਲੇ ਦੇ ਅੰਦਰ ਆਪਣੀ ਖੁਦ ਦੀ ਹਿਫਾਜ਼ਤ ਲਈ ਤੈਨਾਤ ਕਰਨੀਆਂ ਪਈਆਂ। ਸਮੇਂ ਸਿਰ ਤਨਖਾਹਾਂ ਦੇਣ ਵਿੱਚ ਅਸਮਰਥ ਹੋਣ ਕਾਰਨ ਹੋਰ ਵੀ ਫੌਜੀ ਸ਼ੇਰ ਸਿੰਘ ਵੱਲ ਚਲੇ ਗਏ। ਉੱਤੋਂ ਜਦ ਇਹ ਖਬਰ ਮਿਲੀ ਕਿ ਅੰਗਰੇਜ਼ੀ ਫੌਜ ਪੰਜਾਬ ਦੀ ਸਰਹੱਦ ਵੱਲ ਵੱਧ ਰਹੀ ਹੈ ਤਾਂ ਲਾਹੌਰ ਵਿੱਚ ਘਬਰਾਹਟ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ। ਸ਼ੇਰ ਸਿੰਘ ਨੇ ਫੈਸਲਾ ਲਿਆ ਕਿ ਇਸ ਵਿਧਵਾ ਦੇ ਕਮਜ਼ੋਰ ਹੱਥਾਂ ਵਿੱਚ ਲਾਹੌਰ ਦਰਬਾਰ ਦੀ ਵਾਗਦੌੜ ਉਹ ਖੋਹ ਲਵੇਗਾ ਅਤੇ ਪੰਜਾਬ ਨੂੰ ਬਿਖਰਨ ਤੋਂ ਬਚਾਏਗਾ। ਲੁਧਿਆਣੇ ਦੇ ਮਿਸਟਰ ਕਲਰਕ ਨਾਲ ਗੱਲਬਾਤ ਕਰਕੇ ਸ਼ੇਰ ਸਿੰਘ ਨੇ ਆਪਣੇ ਇਸ ਇਰਾਦੇ ਬਾਰੇ ਦੱਸਿਆ। ਅੰਗਰੇਜ਼ੀ ਫੌਜ ਉੱਧਰ ਦੂਜੇ ਪਾਸੇ ਅਫਗਾਨਿਸਤਾਨ ਵਿੱਚ ਫਸੀ ਹੋਈ ਸੀ ਅਤੇ ਅੰਗਰੇਜ਼ਾਂ ਨੂੰ ਅਹਿਸਾਸ ਹੋਇਆ ਕਿ ਸ਼ੇਰ ਸਿੰਘ ਵਰਗਾ ਬੰਦਾ ਹੀ ਉਹਨਾਂ ਵਾਸਤੇ ਸਹੀ ਸਾਬਿਤ ਹੋ ਸਕਦਾ ਹੈ। ਇਸ ਲਈ ਉਹਨਾਂ ਨੇ ਸ਼ੇਰ ਸਿੰਘ ਨੂੰ ਪੂਰੀ ਹਿਮਾਇਤ ਦਾ ਭਰੋਸਾ ਦਿੱਤਾ। 14 ਜਨਵਰੀ 1841 ਨੂੰ ਸ਼ੇਰ ਸਿੰਘ ਨੇ ਬਟਾਲਾ ਛੱਡ ਦਿੱਤਾ ਅਤੇ ਲਾਹੌਰ ਦੇ ਬਾਹਰਵਾਲ ਬੁੱਧੂ ਦੇ ਆਵੇ ਕੋਲ ਡੇਰਾ ਲਗਾ ਲਿਆ।
ਇਹ ਵੇਖ ਕੇ ਮਾਈ ਨੇ ਫੈਸਲਾ ਲਿਆ ਕਿ ਉਹ ਲੜੇਗੀ। ਉਸਨੇ ਫੌਜ ਦੇ ਕਮਾਂਡਰ ਤੇਜ ਸਿੰਘ ਨੂੰ ਹਟਾ ਦਿੱਤਾ ਅਤੇ ਗੁਲਾਬ ਸਿੰਘ ਡੋਗਰਾ ਨੂੰ ਪ੍ਰਬੰਧਕ ਅਤੇ ਸ਼ਹਿਰ ਦਾ ਰਖਵਾਲਾ ਭਰਤੀ ਕਰ ਲਿਆ। ਜਦ ਰਾਣੀ ਚਾਂਦ ਕੌਰ ਨੇ ਫੌਜ ਨੂੰ ਪੈਸਿਆਂ ਅਤੇ ਗਹਿਣਿਆਂ ਦਾ ਲਾਲਚ ਦਿੱਤਾ ਤਾਂ ਉਹਦੀ ਇਹ ਗੱਲ ਪੁੱਠੀ ਪੈ ਗਈ। ਫੌਜ ਨੂੰ ਲੱਗਾ ਕਿ ਮਾਈ ਘਬਰਾਈ ਹੋਈ ਹੈ ਅਤੇ ਸ਼ੇਰ ਸਿੰਘ ਜਿੱਤਣ ਵਾਲੀ ਧਿਰ ਹੈ। ਉੱਤੋਂ ਰੈਜੀਮੈਂਟ ਨੇ ਵੀ ਮਾਈ ਦੇ ਤੋਪਚਿਆਂ ਨੂੰ ਬਰੂਦ ਦੇਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਸ਼ੇਰ ਸਿੰਘ ਕੋਲ ਪੈਸੇ ਮੁੱਕ ਚੁੱਕੇ ਸਨ, ਫਿਰ ਵੀ ਉਸਨੇ ਫੌਜ ਦੀ ਤਨਖਾਹ 1 ਰੁਪਇਆ ਵਧਾਉਣ ਦਾ ਵਾਅਦਾ ਕੀਤਾ। ਸ਼ਹਿਰ ਦੀ ਦੀਵਾਰ ਦੇ ਬਾਹਰ ਤੈਨਾਤ ਸਾਰੀਆਂ ਫੌਜਾਂ ਸ਼ੇਰ ਸਿੰਘ ਨਾਲ ਰਲ ਗਈਆਂ। ਹੁਣ ਸ਼ੇਰ ਸਿੰਘ ਕੋਲ 26,000 ਪੈਦਲ ਫੌਜ ਤੋਂ ਇਲਾਵਾ 8,000 ਘੋੜਸਵਾਰ ਤੇ 45 ਤੋਪਾਂ ਸਨ। ਉੱਧਰ ਮਾਈ ਕੋਲ ਸਿਰਫ 5,000 ਦੀ ਫੌਜ ਤੇ ਥੋੜ੍ਹਾ ਜਿਹਾ ਬਰੂਦ ਹੀ ਬਚਿਆ ਸੀ। 16 ਜਨਵਰੀ ਦੀ ਸਵੇਰ ਨੂੰ ਸ਼ੇਰ ਸਿੰਘ ਲਾਹੌਰ ਵਿੱਚ ਦਾਖਲ ਹੋ ਗਿਆ। ਉਹਨਾਂ ਨਾਲ ਵੈਂਤੂਰਾ, ਕੋਟ ਅਤੇ ਵਾਨ ਕਾਟਲਟ ਵੀ ਸਨ। ਐਲਾਨ ਕੀਤਾ ਗਿਆ ਕਿ ਜੋ ਹੁਣ ਵੀ ਮਾਈ ਨੂੰ ਛੱਡ ਕੇ ਸ਼ੇਰ ਸਿੰਘ ਵੱਲ ਆ ਜਾਏਗਾ, ਉਸ ਨੂੰ ਮਾਫ ਕੀਤਾ ਜਾਏਗਾ। ਸ਼ਾਮ ਤੱਕ ਅਹਿਮ ਸਰਦਾਰ, ਜਿਨ੍ਹਾਂ ਵਿੱਚ ਸ਼ਾਮ ਸਿੰਘ ਅਟਾਰੀਵਾਲਾ, ਫਕੀਰ ਅਜ਼ੀਜ਼ੁਦੀਨ, ਮਾਈ ਨੂੰ ਗੱਦੀ ਵਾਸਤੇ ਉਕਸਾਉਣ ਵਾਲੇ ਦੋਵੇਂ ਭਾਈਏ ਰਾਮ ਸਿੰਘ ਅਤੇ ਗੋਬਿੰਦ ਰਾਮ ਸ਼ੇਰ ਸਿੰਘ ਦੀ ਸ਼ਰਨ ਆ ਗਏ। ਇਹਨਾਂ ਨੇ ਸਾਂਝੇ ਤੌਰ ਤੇ ਮਾਈ ਤੇ ਗੁਲਾਬ ਸਿੰਘ ਡੋਗਰਾ ਨੂੰ ਹਥਿਆਰ ਸੁੱਟ ਦੇਣ ਦੀ ਤਜਵੀਜ਼ ਦਿੱਤੀ। ਸੰਧਾਵਾਲੀਆ ਸਮੇਤ ਮਾਈ ਤੇ ਗੁਲਾਬ ਸਿੰਘ ਨੇ ਫੈਸਲਾ ਲਿਆ ਕਿ ਉਹ ਹਥਿਆਰ ਨਹੀਂ ਸੁੱਟਣਗੇ। 2 ਦਿਨ ਤੱਕ ਟੱਕਰ ਦੀ ਲੜਾਈ ਚੱਲੀ। ਬਾਜ਼ਾਰ ਨਰਕ ਬਣ ਗਏ। ਲਾਸ਼ਾਂ ਵਿੱਚੋਂ ਬਦਬੂ ਫੈਲ ਗਈ। ਹਰ ਪਾਸੇ ਬਰੂਦ ਤੇ ਮਲਬਾ ਖਿਲਰ ਗਿਆ। ਸਾਲਾਂ ਪੁਰਾਣੇ ਕਿਲੇ ਦਾ ਵੀ ਬਹੁਤ ਨੁਕਸਾਨ ਹੋ ਗਿਆ। ਕਿਲੇ ਦੇ ਅੰਦਰ ਲੜ ਰਿਆਂ ਲਈ ਮੁਸੀਬਤ ਵੱਧ ਗਈ, ਕਿਉਂਕਿ ਬਾਦਸ਼ਾਹੀ ਮਸਜਿਦ ਦੀ ਮੀਨਾਰਾਂ ਤੋਂ ਗੋਲੀਆਂ ਚੱਲ ਰਹੀਆਂ ਸਨ, ਜਿੱਥੋਂ ਦੀ ਕਿਲੇ ਦੇ ਅੰਦਰ ਦਾ ਸਭ ਕੁਝ ਦਿਖਦਾ ਸੀ। 48 ਘੰਟਿਆਂ ਵਿੱਚ ਸ਼ਹਿਰ ਦਾ ਬਹੁਤ ਨੁਕਸਾਨ ਹੋ ਗਿਆ ਅਤੇ ਹਜ਼ਾਰਾਂ ਲੋਕ ਮਰ ਗਏ। 17 ਜਨਵਰੀ ਦੀ ਸ਼ਾਮ ਨੂੰ ਧਿਆਨ ਸਿੰਘ ਡੋਗਰਾ ਨੇ ਲਾਹੌਰ ਪਹੁੰਚਣ ਤੋਂ ਬਾਅਦ ਫਕੀਰ ਅਜ਼ੀਜ਼ੁਦੀਨ ਨਾਲ ਮਿਲ ਕੇ ਲੜਾਈ ਰੋਕਣ ਵਾਸਤੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਅਖੀਰ ਮਾਈ ਨੇ 7 ਲੱਖ ਦੀ ਜਗੀਰ ਤੇ ਆਪਣੇ ਘਰ ਵਾਲੇ ਦੇ ਖਜ਼ਾਨੇ ਦਾ ਇੱਕ ਹਿੱਸਾ ਰੱਖਣ ਦਾ ਇਕਰਾਰ ਕਿਲਾ ਛੱਡਣ ਦੀ ਸੂਰਤ ਵਿੱਚ ਕੀਤਾ। ਸ਼ੇਰ ਸਿੰਘ ਨੇ ਵੀ ਵਾਅਦਾ ਕੀਤਾ ਕਿ ਉਹ ਆਪਣੇ ਭਰਾ ਦੀ ਵਿਧਵਾ ਦਾ ਪੂਰਾ ਸਤਿਕਾਰ ਕਰੇਗਾ। ਮਾਈ ਦਾ 2 ਕੁ ਮਹੀਨੇ ਦਾ ਰਾਜ ਖਤਮ ਹੋ ਗਿਆ ਅਤੇ ਭਰੀਆਂ ਅੱਖਾਂ ਨਾਲ ਉਸਨੇ ਦਸਤਾਵੇਜ਼ਾਂ ਤੇ ਦਸਤਖਤ ਕੀਤੇ। ਅੱਧੀ ਰਾਤ ਨੂੰ ਗੁਲਾਬ ਸਿੰਘ ਤੇ ਉਸਦੇ ਡੋਗਰੇ ਸਾਥੀਆਂ ਨੇ ਕਿਲਾ ਖਾਲੀ ਕਰ ਦਿੱਤਾ, ਪਰ ਆਪਣੇ ਨਾਲ ਦਰਬਾਰ ਦਾ ਸਾਰਾ ਖਜ਼ਾਨਾ ਲੈ ਗਏ। ਕਿਹਾ ਜਾਂਦਾ ਹੈ ਕਿ 16 ਗੱਡੇ ਸੋਨੇ ਚਾਂਦੀ ਦੇ ਲੱਦੇ ਹੋਏ ਸਨ ਤੇ ਮੋਹਰਾਂ ਦੇ ਭਰੇ ਕਈ ਬੋਰੇ ਖਜ਼ਾਨੇ ਵਿੱਚੋਂ ਕੱਢ ਲਏ ਗਏ। ਸੰਧਾਵਾਲੀਆ ਅਤੇ ਗੁਲਾਬ ਸਿੰਘ ਨੇ ਸ਼ੇਰ ਸਿੰਘ ਨੂੰ ਆਪਣਾ ਸਨਮਾਨ ਪੇਸ਼ ਕੀਤਾ ਅਤੇ ਗੁਲਾਬ ਸਿੰਘ ਨੇ ਕੋਹੀਨੂਰ ਹੀਰਾ ਵੀ ਦੇ ਦਿੱਤਾ। ਡੋਗਰੇ ਨੂੰ ਕਿਹਾ ਗਿਆ ਕਿ ਉਹ ਅਫਗਾਨਿਸਤਾਨ ਦੇ ਨਾਲ ਜੰਗ ਵਿੱਚ ਫਸੇ ਅੰਗਰੇਜ਼ਾਂ ਦੀ ਮਦਦ ਕਰਨ ਜਾਵੇ। ਅਤਰ ਸਿੰਘ ਅਤੇ ਉਸਦੇ ਭਤੀਜੇ ਅਜੀਤ ਸਿੰਘ ਨੇ ਅੰਗਰੇਜ਼ਾਂ ਦੀ ਸ਼ਰਨ ਲੈ ਲਈ। ਅਜੀਤ ਸਿੰਘ ਲੁਧਿਆਣੇ ਜਾ ਕੇ ਮਿਸਟਰ ਕਲਰਕ ਨਾਲ ਮਿਲਣ ਦੀ ਇੱਕ ਨਾਕਾਮ ਕੋਸ਼ਿਸ਼ ਕਰਨ ਤੋਂ ਬਾਅਦ ਕਲਕੱਤਾ ਚਲਾ ਗਿਆ ਤੇ ਗਵਰਨਰ ਜਨਰਲ ਨੂੰ ਮਿਲਿਆ। ਲਹਿਣਾ ਸਿੰਘ ਸੰਧਾਵਾਲੀਆ ਨੂੰ ਗ੍ਰਿਫਤਾਰ ਕਰਕੇ ਤਹਿਖਾਨੇ ਵਿੱਚ ਸੁੱਟ ਦਿੱਤਾ ਗਿਆ। ਤਖਤ ਤੋਂ ਹੱਥ ਧੋਣ ਤੋਂ ਬਾਅਦ ਚਾਂਦ ਕੌਰ ਨੇ ਨਾ ਸਿਰਫ ਸ਼ੇਰ ਸਿੰਘ ਨੂੰ ਮਹਾਰਾਜਾ ਮੰਨਿਆ, ਸਗੋਂ ਉਸ ਨਾਲ ਵਿਆਹ ਕਰਾਉਣ ਲਈ ਵੀ ਤਿਆਰ ਹੋ ਗਈ ਅਤੇ ਇਸ ਸੁਪਨੇ ਦੇ ਨਾਲ ਉਹ ਮਹਿਲ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਸ਼ਹਿਰ ਵਾਲੇ ਘਰ ਦੇ ਅੰਦਰ ਗਈ ਕਿ ਜਲਦ ਹੀ ਉਹ ਮਹਾਰਾਣੀ ਦੇ ਰੂਪ ਵਿੱਚ ਮਹਿਲ ਵਿੱਚ ਵਾਪਸ ਆਏਗੀ। ਪਰ ਉਹਦਾ ਇਹ ਸੁਪਨਾ ਉਦੋਂ ਟੁੱਟ ਗਿਆ ਜਦ ਜੁਲਾਈ ਦੇ ਇੱਕ ਹੁਮਸ ਭਰੇ ਦਿਨ, ਜਦ ਮਹਾਰਾਜਾ ਬਟਾਲਾ ਗਿਆ ਹੋਇਆ ਸੀ, ਤਾਂ ਚਾਂਦ ਕੌਰ ਦੀਆਂ 5 ਦਾਸੀਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਿਧਵਾ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਹੋਵੇਗਾ, ਇਸ ਬਾਰੇ ਗੱਲਾਂ ਹੋਣ ਲੱਗ ਪਈਆਂ। ਇਹ ਸ਼ੇਰ ਸਿੰਘ, ਧਿਆਨ ਸਿੰਘ ਡੋਗਰਾ ਅਤੇ ਗੁਲਾਬ ਸਿੰਘ ਵਿੱਚੋਂ ਕੋਈ ਵੀ ਹੋ ਸਕਦਾ ਸੀ। ਰੋਜ਼ਨਾਮਚਾ ਲਿਖਣ ਵਾਲੇ ਸੋਹਨ ਲਾਲ ਨੇ ਇਹ ਇਲਜ਼ਾਮ ਸ਼ੇਰ ਸਿੰਘ ਤੇ ਧਿਆਨ ਸਿੰਘ ਡੋਗਰਾ ਤੇ ਲਗਾਇਆ। ਉਸ ਦੇ ਮੁਤਾਬਿਕ ਇਹਨਾਂ ਔਰਤਾਂ ਨੂੰ ਮਾਰਿਆ ਨਹੀਂ ਸੀ ਗਿਆ। ਉਹਨਾਂ ਦੇ ਹੱਥ, ਨੱਕ ਅਤੇ ਕੰਨ ਕੱਟ ਦਿੱਤੇ ਗਏ ਸਨ। ਜਦੋਂ ਇਹਨਾਂ ਨੂੰ ਸ਼ਹਿਰ ਦੇ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਇਹ ਭੀੜ ਨੂੰ ਆਪਣੀ ਕਹਾਣੀ ਦੱਸਦੀਆਂ ਹੋਈਆਂ ਗਈਆਂ। ਉਸ ਦੇ ਖਿਆਲ ਨੂੰ ਉਸ ਵੇਲੇ ਦੇ ਅਖਬਾਰ ਵਾਲੇ ਤੇ ਦਰਬਾਰੀ ਵੀ ਨਹੀਂ ਸਨ ਮੰਨਦੇ। ਦਰਅਸਲ ਸ਼ੇਰ ਸਿੰਘ ਤੇ ਮਾਈ ਦੇ ਵਿਚਕਾਰ ਕੋਈ ਕੜਵਾਹਟ ਨਹੀਂ ਸੀ ਅਤੇ ਕਿਹਾ ਜਾਂਦਾ ਹੈ ਕਿ ਸੋਹਨ ਲਾਲ ਸ਼ੇਰ ਸਿੰਘ ਨੂੰ ਪਸੰਦ ਨਹੀਂ ਸੀ ਕਰਦਾ। ਉਸ ਦਾ ਇਹ ਵੀ ਕਹਿਣਾ ਸੀ ਕਿ ਨੌ ਨਿਹਾਲ ਸਿੰਘ ਦੀ ਵਿਧਵਾ ਦੇ ਪੇਟ ਵਿੱਚੋਂ ਬੱਚਾ ਗਿਰਾਉਣ ਦਾ ਕੰਮ ਵੀ ਸ਼ੇਰ ਸਿੰਘ ਦਾ ਹੀ ਸੀ। ਉਸ ਵੇਲੇ ਦੀਆਂ ਘਟਨਾਵਾਂ ਤੇ ਨਜ਼ਰ ਮਾਰੀ ਜਾਏ ਤਾਂ ਸ਼ੱਕ ਦੀ ਸੂਈ ਗੁਲਾਬ ਸਿੰਘ ਡੋਗਰਾ ਵੱਲ ਜਾਂਦੀ ਹੈ। ਮਹਿਲ ਵਿੱਚੋਂ ਖਜ਼ਾਨਾ ਚਾਂਦ ਕੌਰ ਦੀ ਸਹਿਮਤੀ ਨਾਲ ਉਸੇ ਵਾਸਤੇ ਚੁਰਾਇਆ ਗਿਆ ਸੀ ਜੋ ਉਹ ਗੁਲਾਬ ਸਿੰਘ ਤੋਂ ਕਦੇ ਵੀ ਮੰਗ ਸਕਦੀ ਸੀ। ਇਸ ਦੇ ਨਾਲ ਹੀ ਚਾਂਦ ਕੌਰ ਦੀ ਕੁੜੀ ਕੜਿਆਲੀ ਵਾਲੀ ਜਗੀਰ
ਗੁਲਾਬ ਸਿੰਘ ਡੋਗਰਾ ਦੀ ਜਗੀਰ ਦੇ ਨਾਲ ਲੱਗਦੀ ਸੀ, ਜਿਸ ਦੀ ਉਹ ਦੇਖਭਾਲ ਵੀ ਕਰਦਾ ਸੀ। ਚਾਂਦ ਕੌਰ ਦੀ ਆਵਾਜ਼ ਬੰਦ ਕਰਨ ਦਾ ਸਭ ਤੋਂ ਜ਼ਿਆਦਾ ਫਾਇਦਾ ਸਿਰਫ ਗੁਲਾਬ ਸਿੰਘ ਡੋਗਰਾ ਨੂੰ ਹੀ ਹੋ ਸਕਦਾ ਸੀ।